ਸਵਾਗਤ ਹੈ ਇਨਕਾਊਂਟਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਜਿਵੇਂ ਕਿ ਸਾਰੀ ਦੁਨੀਆ ਦੇ ਵਿੱਚ ਅੱਜ ਈਸਟਰ ਸੰਡੇ ਮਨਾਇਆ ਜਾ ਰਿਹਾ ਹੈ, ਉਸੇ ਹੀ ਸਬੰਧ ਵਿੱਚ ਅੱਜ ਸੈਂਟ ਪੌਲ ਚਰਚ ਡੀਸੀ ਚੌਂਕ ਵਿਖੇ ਅੱਜ ਈਸਟਰ ਸੰਡੇ ਦੇ ਸਬੰਧ ਵਿੱਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਸਾਡੇ ਨਾਲ ਮੌਜੂਦ ਨੇ ਮੁੱਖ ਪਾਦਰੀ ਸਾਹਿਬ। ਉਹਨਾਂ ਕੋਲੋਂ ਅੱਜ ਦੇ ਬਾਰੇ ਜਾਣਦੇ ਹਾਂ, ਅੱਜ ਦੇ ਇਤਿਹਾਸ ਬਾਰੇ ਜਾਣਦੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹਨਾਂ ਵੱਲੋਂ ਉਪਰਾਲੇ ਕੀਤੇ ਜਾਣਗੇ ਅੱਜ ਆਪਾਂ ਉਹਨਾਂ ਕੋਲੋਂ ਜਾਣਦੇ ਹਾਂ। ਸਰ, ਸਵਾਗਤ ਆ ਤੁਹਾਡਾ ਇਨਕਾਊਂਟਰ ਟੀਵੀ 'ਤੇ। ਸਭ ਤੋਂ ਪਹਿਲਾਂ ਤਾਂ ਈਸਟਰ ਸੰਡੇ ਦੀਆਂ ਪ੍ਰਾਰਥਨਾ ਸਭਾਵਾਂ ਦਾ ਆਯੋਜਨ ਕਰਨ 'ਤੇ ਇਨਕਾਊਂਟਰ ਟੀਵੀ ਵੱਲੋਂ ਤੁਹਾਨੂੰ ਲੱਖ ਲੱਖ ਵਧਾਈ ਆ ਅਤੇ ਸਵਾਗਤ ਆ ਸਰ ਤੁਹਾਡਾ। ਕੀ ਤੁਸੀਂ ਵਿਚਾਰ ਦਿਓਗੇ ਅਤੇ ਦੇਸ਼ ਦੁਨੀਆ ਨੂੰ ਕੀ ਵਿਚਾਰ ਦੇਣਾ ਚਾਹੁੰਦੇ ਈਸਟਰ ਸੰਡੇ ਦੇ ਸੰਬੰਧ ਵਿੱਚ? ਸਭ ਤੋਂ ਪਹਿਲਾਂ ਮੇਰੇ ਵੱਲੋਂ, ਕਮੇਟੀ ਵੱਲੋਂ, ਚਰਚ ਦੀ ਕਲੀਸਿਆ ਵੱਲੋਂ ਜਿੰਨੇ ਵੀ ਦਰਸ਼ਕ ਦੇਖ ਰਹੇ ਆ, ਸਭ ਨੂੰ ਯਿਸੂ ਮਸੀਹ ਦੇ ਜੀ ਉੱਠਣ ਦੀਆਂ ਜਾਂ ਈਸਟਰ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਜਿੱਥੇ ਕਿਤੇ ਵੀ ਨਿਊਜ਼ ਪਹੁੰਚਦੀ ਹੈ ਉਹ ਸਾਡੇ ਵੱਲੋਂ ਮੁਬਾਰਕਾਂ ਹੈ। ਅਤੇ ਨਾਲ ਹੀ ਨਾਲ ਜੋ ਵਿਚਾਰ ਹੈ ਸਾਡਾ ਇਹੀ ਹੈ, ਕਿਉਂਕਿ ਈਸਟਰ ਦਾ ਸੰਦੇਸ਼ ਜਿਹੜਾ ਹੈ ਇੱਕ ਮੁਕਤੀ ਦਾ ਸੰਦੇਸ਼ ਹੈ। ਈਸਟਰ ਦਾ ਜਿਹੜਾ ਸੰਦੇਸ਼ ਹੈ ਇੱਕ ਆਸ ਦਾ, ਉਮੀਦ ਦਾ ਸੰਦੇਸ਼ ਹੈ। ਈਸਟਰ ਦਾ ਜਿਹੜਾ ਸੰਦੇਸ਼ ਹੈ ਉਹ ਇੱਕ ਆਨੰਦ ਦਾ ਸੰਦੇਸ਼ ਹੈ। ਸਰ, ਜਿਵੇਂ ਕਿ ਦੇਖਣ 'ਚ ਆ ਰਿਹਾ, ਕਰੋਨਾ ਦੀ ਦੂਸਰੀ ਲਹਿਰ ਫਿਰ ਸ਼ੁਰੂ ਹੋ ਗਈ ਆ। ਅਨਐਕਸਪੈਕਟਡ ਸੀਗੀ। ਆਪਾਂ ਸੋਚ ਰਹੇ ਸੀ ਸ਼ਾਇਦ ਸਾਨੂੰ ਮੁਕਤੀ ਮਿਲ ਗਈ ਇਸ ਮਹਾਮਾਰੀ ਤੋਂ। ਅੱਜ ਦੇ ਪਵਿੱਤਰ ਦਿਹਾੜੇ 'ਤੇ ਇਟਲੀ ਲੋਕਡਾਊਨ ਪਿਆ, ਇੰਗਲੈਂਡ ਲੋਕਡਾਊਨ ਪਿਆ, ਫਰਾਂਸ ਦੇ ਵਿੱਚ ਵੀ, ਬ੍ਰਾਜ਼ੀਲ ਦੇ ਵਿੱਚ ਬਹੁਤ ਮਾੜਾ ਹਾਲ ਆ। ਅਨਫੋਰਚੂਨੇਟਲੀ ਉਹ ਅੱਜ ਦਾ ਈਸਟਰ ਸੰਡੇ ਦਾ ਦਿਹਾੜਾ ਨਹੀਂ ਮਨਾ ਸਕੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵਾ? ਅਤੇ ਮਹਾਮਾਰੀ ਜਿਹੜੀ ਆ ਇਹਨੇ ਫਿਰ ਦੁਬਾਰਾ ਸਿਰ ਚੱਕ ਲਿਆ, ਉਹਦੇ ਬਾਰੇ ਕੀ ਕਹਿਣਾ? ਔਰ ਜਿਹੜੀ ਮਹਾਮਾਰੀ ਜਿਹੜੀ ਕਿ ਜਦੋਂ ਤੋਂ ਇਹ ਸ਼ੁਰੂ ਹੋਈ ਹੈ, ਅਰਾਊਂਡ 1 ਸਾਲ ਤੋਂ ਜ਼ਿਆਦਾ ਵੱਧ ਹੋ ਗਿਆ ਹੈ। ਲੇਕਿਨ ਜਿੱਥੇ ਜਿੱਥੇ ਲੋਕਡਾਊਨ ਲੱਗਾ ਹੈ, ਖਾਸ ਕਰ ਜਿਹੜੇ ਵੀ ਫੋਰਨ ਕੰਟਰੀ ਹੈ, ਜਿੱਦਾਂ ਤੁਸੀਂ ਨਾਮ ਲਿਆ ਹੈ, ਇਟਲੀ, ਫਰਾਂਸ, ਇੰਗਲੈਂਡ, ਇਹ ਲੋਕਡਾਊਨ ਲੱਗਾ ਔਰ ਲੋਕਡਾਊਨ ਦੀ ਵਜ੍ਹਾ ਦੇ ਨਾਲ ਲੋਕ ਅੱਜ ਦਾ ਜਿਹੜਾ ਦਿਹਾੜਾ ਹੈ ਉਹ ਨਹੀਂ ਮਨਾ ਸਕੇ। ਲੇਕਿਨ ਫਿਰ ਵੀ ਉਹ ਘਰਾਂ ਵਿੱਚ ਜ਼ਰੂਰ ਉਹ ਇਸ ਦਿਹਾੜੇ ਨੂੰ ਅਦਬ ਦੇ ਨਾਲ, ਬੜੀ ਸ਼ਾਂਤੀ ਦੇ ਨਾਲ, ਅਤੇ ਇਹ ਉਮੀਦ ਜ਼ਰੂਰ ਉਹ ਦੁਆ ਕਰਦੇ ਹੋਣਗੇ ਅਤੇ ਅਸੀਂ ਵੀ ਕਰਦੇ ਹਾਂ ਕਿ ਜਿਹੜੀ ਮਹਾਮਾਰੀ ਇਸ ਦੁਨੀਆ 'ਤੇ ਆਈ ਹੈ ਜਲਦ ਤੋਂ ਜਲਦ ਦੁਨੀਆ ਤੋਂ ਚਲੀ ਜਾਵੇ ਅਤੇ ਫਿਰ ਉਸੇ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਸ਼ਾਂਤੀ ਦਾ ਫਿਰ ਦੁਬਾਰਾ ਕਾਇਮ ਹੋਵੇ। ਸਰ, ਦੇਖਣ 'ਚ ਆਉਂਦਾ ਵਾ ਕਈ ਮੁਲਕਾਂ ਦੇ ਵਿੱਚ ਵਿਅਕਤੀ ਦੀ ਅਭਿਵਿਅਕਤੀ ਆਜ਼ਾਦੀ ਦੇ ਉੱਤੇ ਬੜੇ ਪ੍ਰਤੀਬੰਧ ਲਾਏ ਗਏ। ਸਿਰਫ ਚੰਦ ਜਿਹੜੇ ਸਮਾਜ ਦੇ ਮਾੜੇ ਲੋਕ ਆ, ਉੱਥੇ ਘੱਟ ਗਿਣਤੀ ਨੂੰ ਆਪਣੇ ਧਰਮ ਦੀ ਆਜ਼ਾਦੀ ਨਹੀਂ ਮਿਲ ਰਹੀ, ਆਪਣੇ ਧਰਮ ਦੇ ਮੁਤਾਬਕ ਕੰਮ ਨਹੀਂ ਕਰਨ ਨੂੰ ਜੀ ਕਿ ਆਗਿਆ ਨਹੀਂ। ਜੇ ਕੋਈ ਕਰਦੇ ਆ ਅਤੇ ਉਹਨਾਂ ਦੇ ਉੱਤੇ ਪੜਤਾਲਨਾ ਇੰਨੀ ਕੀਤੀ ਜਾਂਦੀ ਆ, ਘਰੋਂ ਨਹੀਂ ਨਿਕਲਿਆ ਦਿੱਤਾ ਜਾਂਦਾ। ਅਤੇ ਬਹੁਤ ਜ਼ਿਆਦਾ ਕਈ ਗਵਾਂਢੀ ਮੁਲਕਾਂ ਦੇ ਵਿੱਚ ਇਹ ਹਾਲਾਤ ਆ, ਉੱਥੇ ਉਹਨਾਂ ਨੂੰ ਆਪਣੇ ਜੀਵਨ ਜੀਣਾ ਦੂਭਰ ਹੋਇਆ ਪਿਆ। ਤੁਸੀਂ ਕੀ ਇਹਦੇ ਬਾਰੇ ਸਰਕਾਰਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ? ਕਿਉਂਕਿ ਉਹ ਆਪਣਾ ਜਿਹੜੇ ਬੰਦੇ ਨੂੰ ਜਿਹੜੇ ਧਰਮ ਦੇ ਵਿੱਚ ਆ ਉਹਦੇ ਲਈ ਆਜ਼ਾਦੀ ਚਾਹੀਦੀ ਆ, ਪਰ ਉਹਨਾਂ ਨੂੰ ਉੱਥੇ ਉਹ ਕੰਮ ਕਰਨ ਨਹੀਂ ਦਿੱਤਾ ਜਾਂਦਾ। ਜੇ ਉਹ ਕਰਦੇ ਨੇ ਤਾਂ ਉਹਨਾਂ ਦੀਆਂ ਧੀਆਂ ਭੈਣਾਂ ਚੱਕ ਕੇ ਲੈ ਜਾਂਦੇ ਨੇ। ਔਰ ਜਿਹੜੇ ਵੀ ਦੇਸ਼, ਔਰ ਖਾਸ ਕਰ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਕਿ ਮਾਈਨੋਰਟੀ ਜਿਹੜੀ ਹੈ, ਘੱਟ ਗਿਣਤੀ ਦੇ ਲੋਕ ਹਨ, ਜਿੱਥੇ ਕਿ ਸਾਡਾ ਮਸੀਹੀ ਭਾਈਚਾਰਾ ਵਸਦਾ ਹੈ, ਉੱਥੇ ਬਹੁਤ ਸਾਰੇ ਲੋਕਾਂ ਨਾਲ ਅਤਿਆਚਾਰ ਹੋ ਰਿਹਾ, ਜਿਹੜੀ ਹਿਊਮਨ ਰਾਈਟ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ ਹੈ। ਅਤੇ ਮੇਰਾ ਸੰਦੇਸ਼ ਇਹੀ ਹੈ ਉਹਨਾਂ ਸਰਕਾਰਾਂ ਨੂੰ ਕਿ ਉਹਨਾਂ ਦੀ ਜਿਹੜੀ ਹੈ ਆਵਾਜ਼ ਨੂੰ ਸੁਣਿਆ ਜਾਵੇ ਅਤੇ ਉਹਨਾਂ ਦੀ ਆਵਾਜ਼ ਜਿਹੜੀ ਉਹ ਬੁਲੰਦ ਕੋਈ ਨਾ ਕੋਈ ਜ਼ਰੂਰ ਪਹੁੰਚਾਵੇ, ਤਾਂ ਕਿ ਉਹਨਾਂ 'ਤੇ ਮਿਨੋਰਟੀ 'ਤੇ ਜਿੰਨੇ ਵੀ ਅਤਿਆਚਾਰ ਹੋ ਰਹੇ ਆ, ਚਾਹੇ ਉਹ ਉਹਨਾਂ ਦੀਆਂ ਧੀਆਂ ਭੈਣਾਂ ਜਿਹੜੇ ਹੈ ਉਹ ਲੈ ਜਾਂਦੇ ਨੇ, ਚਾਹੇ ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ, ਚਾਹੇ ਉਹਨਾਂ 'ਤੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਕਿਸੇ ਨਾ ਕਿਸੇ ਤਰੀਕੇ ਦੇ, ਆਖਰਕਾਰ ਉਹ ਇਨਸਾਨ ਨੇ। ਅਤੇ ਇਸ ਲਈ ਇਨਸਾਨ ਹੋਣ ਦੇ ਨਾਤੇ ਉਹਨਾਂ ਦੇ ਨਾਲ ਉਹੀ ਵਿਤਕਰਾ ਉਸੇ ਤਰ੍ਹਾਂ ਦਾ ਉਹਨਾਂ ਦਾ ਕਰਨਾ ਚਾਹੀਦਾ ਹੈ, ਜਿਹੜਾ ਟਰੀਟ ਕਰਨਾ ਚਾਹੀਦਾ ਕਿ ਇਨਸਾਨ ਹੈ ਔਰ ਇਨਸਾਨ ਨੂੰ ਜੀਣ ਦਾ ਹੱਕ ਹੈ। ਔਰ ਇਸ ਲਈ ਹਰ ਧਰਮ ਵਿੱਚ ਇਹੀ ਦੱਸਿਆ ਜਾਂਦਾ ਇਨਸਾਨ ਜਿਹੜਾ ਹੈ ਉਹਦਾ ਜੀਣਾ ਹੱਕ ਹੈ। ਅਤੇ ਇਸ ਲਈ ਉਹਨਾਂ ਨੂੰ ਕਿਸੇ ਚੀਜ਼ ਤੋਂ ਵਾਂਝਾ ਨਾ ਕੀਤਾ ਜਾਵੇ, ਸਗੋਂ ਉਹਨਾਂ ਨੂੰ ਉਹੀ ਰਾਈਟ ਦਿੱਤੇ ਜਾਣ ਜਿਹੜੇ ਦੂਸਰਿਆਂ ਲੋਕਾਂ ਕੋਲ ਹੈ। ਇਸ ਲਈ ਉਹਨਾਂ ਨੂੰ ਵਾਂਝਾ ਨਾ ਰੱਖਿਆ ਜਾਵੇ। ਸਨ ਸੈਂਟ ਪੌਲ ਚਰਚ ਡੀਸੀ ਚੌਂਕ ਦੇ ਮੇਨ ਪਾਦਰੀ ਸਾਹਿਬ।
ਇਹਨਾਂ ਨੇ ਮੇਨ ਇਸ ਗੱਲ ਤੇ ਜ਼ੋਰ ਦਿੱਤਾ ਵਾ, ਇਨਸਾਨ ਨੂੰ ਆਪਣੀ ਜ਼ਿੰਦਗੀ ਜੀਣ ਦੇਣੀ ਚਾਹੀਦੀ ਆ। ਜਿਹੜੀਆਂ ਸਰਕਾਰਾਂ ਆਪਣੇ ਕੰਨਾਂ 'ਚ ਰੂੰ ਪਾ ਕੇ ਬੈਠੀਆਂ ਨੇ, ਉਹਨਾਂ ਸਰਕਾਰਾਂ ਨੂੰ ਰੂੰ ਕੱਢ ਕੇ ਉਹਨਾਂ ਦੀ ਆਵਾਜ਼ ਸੁਣਨੀ ਚਾਹੀਦੀ ਆ। ਕਿਸੇ ਵੀ ਵਿਅਕਤੀ ਨੂੰ ਕਿਸੇ ਦੇ ਵੀ ਧਰਮ ਨੂੰ ਜਾਂ ਅਧਿਕਾਰ ਨੂੰ ਦਬਾ ਨਹੀਂ ਸਕਦੇ। ਹਿਊਮਨ ਰਾਈਟਸ ਨੂੰ ਇਹਦੇ ਬਾਰੇ ਪਾਦਰੀ ਸਾਹਿਬ ਨੇ ਇਹ ਕਿਹਾ ਵਾ ਆਪਣੇ ਸ਼ਬਦਾਂ ਦੇ ਵਿੱਚ ਕਿ ਹਿਊਮਨ ਰਾਈਟਸ ਉਹਨਾਂ ਦੀ ਮਦਦ ਕਰ। ਅੱਜ ਈਸਟਰ ਸੰਡੇ ਦੇ ਦਿਹਾੜੇ ਤੇ ਤੁਸੀਂ पूरी देश दुनिया ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? सर जी, मेरा संदेश यही है कि आज प्रभु यीशु मसीह दे जी उठने दे मौके ते जिथे सारा संसार इस दिन ਨੂੰ बड़ी श्रद्धा, बड़े उत्साह और बड़े हर्ष ਦੇ ਨਾਲ मना रहा है। आज प्रभु यीशु मसीह का संदेश यही है कि जिस प्रकार से उन्होंने अपने जीवन के 33.5 साल मनुष्य की भलाई करते हुए व्यतीत किए, उसी प्रकार से मनुष्य ने भी एक दूसरे की भलाई के वास्ते ही अपने जीवन ਨੂੰ अर्पण कर देना चाहिए। भले ही ये बदले कितनी भी बुराइयां उन्होंने मिले, कोई भी दुख, कोई भी तकलीफ सहनी पड़े, लेकिन उसने अपना सच्चाई का रास्ता है वो अंत समय तक छड़ना नहीं चाहिए। यही प्रभु यीशु मसीह का संदेश है और इसी के वास्ते आज ऐसे सारे इकट्ठे हुए हैं। एक बार फिर से मैं सब सुनने वालों, सब देखने वालों ईस्टर की बहुत बहुत शुभकामनाएं देता हूँ। आमीन। ਸਾਡੇ ਨਾਲ ਮੌਜੂਦ ਨੇ ਸੈਕਟਰੀ ਸਾਹਿਬ। ਅੱਜ ਇਹਨਾਂ ਕੋਲ ਪੁੱਛਦੇ ਹਾਂ, ਜਿਹੜੇ ਭਗਤਾਂ ਵੱਲੋਂ ਅੱਜ ਈਸਟਰ ਦਾ ਸੰਡੇ ਨਹੀਂ ਮਨਾਇਆ ਗਿਆ, ਜਿਵੇਂ ਕਿ ਪਾਦਰੀ ਸਾਹਿਬ ਨੇ ਜ਼ਿਕਰ ਕੀਤਾ, ਇਟਲੀ, ਇੰਗਲੈਂਡ, ਫਰਾਂਸ, ਬੈਲਜੀਅਮ, ਜਰਮਨ ਦੇ ਵਿੱਚ ਲੋਕ ਘਰਾਂ ਵਿੱਚ ਨੇ, ਮਹਾਮਾਰੀ ਨੇ ਤਾੜ ਦਿੱਤੇ ਨੇ। ਸਭ ਤੋਂ ਹਾਲ ਜਿਹੜਾ ਮਾੜਾ ਹੈ ਬ੍ਰਾਜ਼ੀਲ ਦੇ ਵਿੱਚ ਆ। ਸਵਾਗਤ ਹੈ ਸੈਕਟਰੀ ਸਾਹਿਬ ਤੁਹਾਡਾ ਅਗੇਨ। ਮੇਰਾ ਨਾਮ ਜੋਗਿੰਦਰਪਾਲ ਹੈ ਔਰ ਮੈਂ ਸਭ ਤੋਂ ਪਹਿਲਾਂ ਈਸਟਰ ਦੀਆਂ ਇੱਥੇ ਚਰਚ ਵਿੱਚ ਬੈਠਾ ਨੂੰ ਔਰ ਜਿਹੜੇ ਕਿਸੇ ਕਾਰਨ ਨਹੀਂ ਆ ਸਕੇ ਔਰ ਬਾਹਰਲੇ ਦੇਸ਼ ਜਿੱਥੇ ਕਿ ਈਸਾਈ ਭਰਾ ਰਹਿੰਦੇ ਨੇ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੈਗਾ। ਨੰਬਰ 2 ਕਿ ਜਿੱਥੇ ਕਿਸੇ ਕਿਸਮ ਦੀ ਜ਼ਿਆਦਾ ਕਰੋਨਾ ਮਾਰ ਕਰ ਰਹੀ ਆ, ਜੋ ਬ੍ਰਾਜ਼ੀਲ ਹੋ ਗਿਆ, ਇਟਲੀ ਹੋ ਗਿਆ, ਫਰਾਂਸ ਹੋ ਗਿਆ, ਕਿਤੇ ਵੀ ਹੈਗਾ, ਉੱਥੇ ਜਿਹੜੇ ਲੋਕ ਚਰਚਾਂ 'ਚ ਨਹੀਂ ਆ ਸਕੇ ਉਹਨਾਂ ਲਈ ਵੀ ਅਸੀਂ ਬਹੁਤ ਪ੍ਰੇਅਰ ਕਰਦੇ ਹਾਂ ਖੁਦਾ ਕੇ ਵੀ ਉਹਨਾਂ ਨੂੰ ਉੱਥੇ ਕਰੋਨਾ ਘੱਟ ਹੋਵੇ, ਉਹਨਾਂ ਨੂੰ ਵੀ ਚਰਚਾਂ ਵਿੱਚ ਜਾਣ ਦਾ ਮੌਕਾ ਮਿਲੇ। ਔਰ ਫਿਰ ਤੋਂ ਦੁਬਾਰਾ ਮੈਂ ਸਾਰਿਆਂ ਨੂੰ ਇਸ ਦੀਆਂ ਮੁਬਾਰਕਾਂ ਦਿੰਦਾ। ਧੰਨਵਾਦ। ਮੈਂਬਰ ਓਕੇ ਜਾਂਚੀ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਦਿਹਾੜੇ ਦੇ ਉੱਤੇ? ਦੇਸ਼ ਦੁਨੀਆ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸਾਡੇ ਵੱਲੋਂ ਅੱਜ ਈਸਟਰ ਦੀ ਹਰ ਇੱਕ ਨੂੰ ਜੋ ਸੁਣਦਾ ਦੇਖਦਾ ਹਰ ਇੱਕ ਨੂੰ ਅਸੀਂ ਮੁਬਾਰਕਾਂ ਆਖਦੇ ਹਾਂ। ਜਿਹੜਾ ਈਸਟਰ ਦਾ ਦਿਹਾੜਾ ਹੈ ਇਹ ਬਹੁਤ ਮਹੱਤਵਪੂਰਨ ਦਿਹਾੜਾ ਹੈ, ਕਿਉਂਕਿ ਜਿਤਨੇ ਵੀ ਸੰਸਾਰ 'ਤੇ ਬਾਕੀ ਧਰਮ ਹੈ ਉਹਨਾਂ ਨਾਲੋਂ ਇਹਦੇ ਵਿੱਚ ਈਸਾਈ ਮਤ ਜਿਹੜਾ ਉਹਦੇ 'ਚ ਇਹਦੀ ਇੱਕ ਖਾਸ ਵਿਲੱਖਣ ਹੈ ਜਿਹੜਾ ਦੂਜਿਆਂ ਨਾਲੋਂ ਡਿਫਰੈਂਟ ਹੈ ਕਿ ਸਾਡੇ ਵਿੱਚ ਮਰਨ ਤੋਂ ਬਾਅਦ ਜੀ ਉੱਠਣ ਦੀ ਉਮੀਦ ਜਿਹੜੀ ਹੈ ਉਹ ਇੱਕ ਵੱਡੀ ਫਿਲਾਸਫੀ ਹੈ ਜੋ ਕਿ ਬਾਕੀ ਦੂਸਰਿਆਂ ਦੇ ਵਿੱਚ ਨਹੀਂ ਹੈ। ਪਲੀਜ਼ ਉਹ ਕੋਈ ਇਸ ਚੀਜ਼ ਨੂੰ ਬੁਰਾ ਨਾ ਮਨਾਏ, ਮੈਂ ਸਿਰਫ ਇੱਕ ਵਿਆਖਿਆ ਹੀ ਕਰ ਰਿਹਾ। ਹਾਂਜੀ, ਸੋ ਸਾਡੇ ਵਿੱਚ ਸਾਨੂੰ ਇਹ ਇੱਕ ਵੱਖਰੀ ਉਮੀਦ ਹੈ ਕਿ ਵੀ ਤੁਸੀਂ ਪ੍ਰਭੂ ਯਿਸੂ ਮਸੀਹ ਨੇ ਇਸ ਚੀਜ਼ ਨੂੰ ਕਰਕੇ ਦਿਖਾਇਆ, ਜੋ ਕਿ ਇਹਦੇ ਵਿੱਚ ਇੱਕ ਪ੍ਰੂਫ ਆ, ਕੋਈ ਸ਼ੱਕ ਨਹੀਂ ਰਹਿ ਜਾਂਦੀ। ਤੋ ਸਾਨੂੰ ਸਾਰਿਆਂ ਨੂੰ ਇਹੋ ਸਾਡਾ ਵਿਸ਼ਵਾਸ ਹੈ ਕਿ ਅਸੀਂ ਵੀ ਪ੍ਰਭੂ ਯਿਸੂ ਮਸੀਹ ਦੇ ਫਾਲੋਅਰ ਹੋਣ ਦੇ ਨਾਤੇ ਆਪਣੀ ਮੌਤ ਤੋਂ ਬਾਅਦ ਫਿਰ ਜੀ ਉਠਾਂਗੇ। ਸਰ ਤੁਹਾਡਾ ਕੀ ਵਿਚਾਰ ਹੈ? ਸਰ ਸਵਾਗਤ ਹੈ ਇਨਕਾਊਂਟਰ ਤੇ। ਬਸ ਠੀਕ ਹੈ, ਜੋ ਕਿਸੇ ਨੇ ਕਹਿ ਦਿੱਤਾ। ਸੋ ਇਹ ਸਨ ਸੈਂਟ ਪੌਲ ਚਰਚ ਦੇ ਸਾਰੇ ਮੈਂਬਰ, ਸੈਕਟਰੀ ਸਾਹਿਬ, ਖਜ਼ਾਨਚੀ ਸਾਹਿਬ ਅਤੇ ਮੇਨ ਪਾਦਰੀ ਸਾਹਿਬ ਨੇ ਜੋ ਸੰਦੇਸ਼ ਦਿੱਤਾ ਵਾ ਦੇਸ਼ ਦੁਨੀਆ ਦੇ ਉੱਤੇ, ਪੂਰੀ ਦੇਸ਼ ਦੁਨੀਆ ਨੂੰ ਇਸ ਮਹਾਮਾਰੀ ਤੋਂ ਛੁਟਕਾਰਾ ਮਿਲੇ ਅਤੇ ਜਿਹੜੇ ਦੇਸ਼ਾਂ ਦੇ ਵਿੱਚ ਘੱਟ ਗਿਣਤੀ ਦੇ ਉੱਤੇ ਅਤਿਆਚਾਰ ਹੋ ਰਹੇ ਨੇ ਉਹਨਾਂ ਨੇ ਹਿਊਮਨ ਰਾਈਟਸ ਦੇ ਅੱਗੇ ਗੁਜ਼ਾਰਿਸ਼ ਕੀਤੀ ਆ, ਇਹ ਪੁਰਜੋਰ ਅਪੀਲ ਕੀਤੀ ਆ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਜਿਹੜੀ ਆਜ਼ਾਦੀ ਨਾਲ ਜੀ ਸਕਣ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਹੋਰ ਕਾਰਜ ਕੀਤੇ ਜਾਣਗੇ ਤਾਂ ਜੋ ਸਮਾਜ ਦੇ ਵਿੱਚ ਫੈਲੀਆਂ ਕੁਰੀਤੀਆਂ ਖਤਮ ਹੋਣ। ਮੈਂ ਚੰਦਰ ਸ਼ੇਖਰ, ਇਨਕਾਊਂਟਰ ਨਿਊਜ਼ ਦੇ ਨਾਲ ਸੈਂਟ ਪੌਲ ਚਰਚ, ਕਪੂਰਥਲਾ।